मित्रों, आज भारत सरकार के ओर से मैं और पंजाब सरकार के कृषि और खाद्य मंत्री हम आज संयुक्त किसान मोर्चा, नॉन पॉलिटिकल और किसान मजदूर मोर्चा के किसानों के साथ हमारे आज मीटिंग हुआ, बातचीत और चर्चा बहुत सौहार्दपूर्ण और स्नेहमय वातावरण में चला और किसानों के सभी पहलुओं पर अपनी बात रखी। दलहन और तिलहन के प्रति रुचि भी दिखाई। किसानों के मुद्दे के बारे में विचार विनिमय होने के बाद हमने भारत सरकार के उनका जो कुछ भी मुद्दा है, डिमांड है, हमने पूरा शांति से 2.5 घंटे से ज़्यादा सुना और भारत सरकार अभी किसानों के हित में माननीय प्रधानमंत्री मोदी जी के नेतृत्व में क्या क्या कदम उठाया है, कितना खरीदी हुआ है, कितना बढ़त हुआ है, ये सब हमने बजट में बढ़त हुआ है, सब हमने डिटेल में बताया। और 22 को हमारे माननीय कृषि मंत्री शिवराज जी के नेतृत्व में बातचीत, चर्चा, मीटिंग का ये सिलसिला आगे बढ़ाने का निर्णय किया है। वो किसान संगठनों का रिप्रेजेंटेटिव भी इसके ऊपर अपने जो सहमति है वो सहमति जारी की है। भारत सरकार के ओर से उस दिन शिवराज जी, मैं और जो ज़रूरत है ऐसे अधिकारी सहित हम उस दिन इधर आएंगे और बातचीत का सिलसिला आगे बढ़ाएंगे। थैंक यू। बेसिकली ਤੁਸੀਂ ਸੁਣਿਆ यूनियन मिनिस्टर ने ਤੁਹਾਡੇ ਸਾਹਮਣੇ पीसी 'ਚ ਕਿਹਾ ਔਰ ਗੁਰਮੀਤ ਉਡੀਆ ਜੀ ਨੇ ਵੀ ਅੱਜ ਦੀ ਮੀਟਿੰਗ ਦਾ ਜਿਹੜੀ ਡਿਸਕਸ਼ਨ ਹੋਈ ਆ ਉਹ ਤੇ ਚਰਚਾ ਕੀਤੀ ਆ। ਅਸਲ ਮਾਇਨਿਆਂ ਦੇ ਵਿੱਚ ਜਿਹੜਾ ਪਿਛਲੇ ਕਈ ਵਰਿਆਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ, ਔਰ ਉਸ ਅੰਦੋਲਨ ਤੋਂ ਬਾਅਦ ਜਿਹੜੀ ਕੇਂਦਰ ਦੇ ਨਾਲ ਵਾਰਤਾਲਾਪ ਸ਼ੁਰੂ ਹੋਏ ਆ ਪਿਛਲੇ ਸਮੇਂ 'ਚ, ਇਹ ਉਹਦੀ ਕੰਟੀਨਿਊਟੀ ਦਾ ਇੱਕ ਹਿੱਸਾ ਸੀਗਾ ਜਿਹੜੀ ਅੱਜ ਦੀ ਮੀਟਿੰਗ ਹੈ। ਸੋ ਅੱਜ ਦੀ ਮੀਟਿੰਗ ਦੇ ਅੰਦਰ ਕਿਸਾਨ ਆਗੂਆਂ ਨੇ ਵੀ ਬੜੇ ਜ਼ੋਰਦਾਰ ਢੰਗ ਦੇ ਨਾਲ ਇਹ ਗੱਲ ਕਹੀ ਹੈ ਵੀ ਇੱਕ ਕੈਜੂਅਲ ਅਪਰੋਚ ਨਹੀਂ ਹੋਣੀ ਚਾਹੀਦੀ ਕਿਸਾਨੀ ਮੰਗਾਂ ਦੇ ਪ੍ਰਤੀ। ਖਾਸ ਕਰਕੇ ਉਹਨਾਂ ਨੇ MSP ਦੇ ਉੱਤੇ ਲੀਗਲ ਗਰੰਟੀ ਦੀ ਮੰਗ ਕੀਤੀ ਆ। ਸੋ ਅਸੀਂ ਦੋਵੇਂ ਸਾਥੀਆਂ ਨੇ ਬੜਾ ਸਟਰੋਂਗਲੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਪਹਿਲੋਂ ਵੀ ਕਿਸਾਨਾਂ ਨਾਲ ਰਹੇ, ਅੱਜ ਵੀ ਆ। ਸੋ ਬੜੀਆਂ ਸਾਇੰਟੀਫਿਕ ਮੰਗਾਂ ਨੇ ਉਹਨਾਂ ਦੀਆਂ, ਜਿਹੜੀਆਂ ਮੰਗਾਂ ਦੇ ਉੱਤੇ ਉਹ ਲੜ ਰਹੇ ਆ ਔਰ ਬੜਾ ਔਖਾ ਸੰਘਰਸ਼ ਉਹ ਲੜ ਰਹੇ ਆ। ਸੋ ਚਾਹੇ ਉਹ ਡੱਲੇਵਾਲ ਜੀ ਦਾ ਮੋਰਚਾ ਹੋਵੇ ਜਾਂ ਕਿਸੇ ਹੋਰ ਦਾ ਵੀ ਹੋਵੇ। ਸੋ ਇਸ ਕਰਕੇ ਮਤਲਬ ਪੰਜਾਬ ਦੇ ਅੰਦਰ ਕਿਸਾਨਾਂ ਔਰ ਮਜ਼ਦੂਰਾਂ ਦਾ ਜਿਹੜਾ ਸਵਾਲ ਨੇ, ਜਿਹੜੇ ਮਸਲੇ ਨੇ ਔਰ ਜਿਨ੍ਹਾਂ 'ਚੋਂ ਭਾਰੂ ਮਸਲੇ ਕੇਂਦਰ ਨਾਲ ਜੁੜੇ ਆ, ਜੋ ਤੇ ਚਰਚਾ ਹੋਈ ਆ। ਔਰ ਚੰਗੀ ਗੱਲ ਇਹ ਆ ਕਿ ਇਸ ਚਰਚਾ ਦੇ ਅੰਦਰ ਬੜੇ ਹੰਬਲ ਢੰਗ ਦੇ ਨਾਲ ਦੋਵੇਂ ਧਿਰਾਂ ਨੇ ਆਪਣੀ ਗੱਲਬਾਤ ਰੱਖੀ। ਆਪਣੀ ਗੱਲਬਾਤ ਉਹਨਾਂ ਨੇ ਇੱਕ ਦੂਜੇ ਦੀ ਨਾਲ ਸ਼ੇਅਰ ਕੀਤੀ ਆ, ਸੁਣੀ ਵੀ ਆ। ਔਰ ਇਹਦੇ ਵਿੱਚ ਜਿਹੜਾ ਇੱਕ ਪੋਜ਼ਿਟਿਵ ਨਿਸ਼ਕਰਸ਼ ਨਿਕਲ ਕੇ ਆਇਆ ਹੋਏ ਆ ਕਿ 22 ਤਰੀਕ ਨੂੰ ਉਹ ਦੁਬਾਰਾ ਮੀਟਿੰਗ ਕਰਨਗੇ, ਜਿਹਦੇ ਅੰਦਰ ਕੇਂਦਰ ਦੇ ਖੇਤੀਬਾੜੀ ਮੰਤਰੀ ਹੋਣਗੇ। ਸੋ ਉਹ ਥਾਂ ਕਿਹੜੀ ਹੋਏਗੀ, ਸਮਾਂ ਕਿੰਨਾ, ਇਹ 1-2 ਦਿਨ 'ਚ ਪਤਾ ਲੱਗ ਜਾਊਗਾ। ਸੋ ਅਸੀਂ ਡਟ ਕੇ ਕਿਸਾਨੀ ਮੋਰਚੇ ਦੀਆਂ ਮੰਗਾਂ ਦੀ ਹਮਾਇਤ 'ਚ ਅੱਜ ਵੀ ਖੜ੍ਹੇ ਆ। ਅੰਦਰ ਵੀ ਅਸੀਂ ਗੱਲ ਕਿਹਾ, ਅਸੀਂ ਵੀ ਬੜੇ ਹੰਬਲ ਢੰਗ ਨਾਲ ਰਿਕੁਐਸਟ ਕੀਤੀ ਆ ਕਿ ਦੇਸ਼ ਦੇ ਹਿੱਤ 'ਚ, ਪੰਜਾਬ ਔਰ ਕਿਸਾਨਾਂ ਦੇ ਹਿੱਤ 'ਚ ਜਿਹੜੀਆਂ ਉਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ। ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਲੈ ਕੇ ਕੋਈ ਗੱਲਬਾਤ ਹੋਈ? ਉਹਨਾਂ ਨੂੰ ਮਰਨ ਵਰਤ ਖਤਮ? ਹਾਂ, ਉਹਨਾਂ ਨੂੰ ਰਿਕੁਐਸਟ ਕੀਤੀ ਗਈ ਆ ਕਿ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ ਆ ਔਰ ਇਹ ਮਤਲਬ ਤੁਸੀਂ ਆਪਣਾ ਅਨਸ਼ਨ ਜਿਹੜਾ ਆ ਇਹਨੂੰ ਛੱਡੋ। ਪਰ ਉਹ ਕਿਉਂਕਿ ਆਪਣੀ ਗੱਲ ਤੇ ਮਤਲਬ ਪੱਕੇ ਨੇ, ਸੋ ਇਸ ਕਰਕੇ ਉਹ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਆ ਵੀ ਜਿਹੜਾ ਮੰਗਾਂ ਦੇ ਉੱਤੇ ਜੇ ਸਰਕਾਰ ਨਿਪਟਾਰਾ ਕਰਦੀ ਆ
ਤਾਂ ਫਿਰ ਮੈਂ ਇਹਨੂੰ ਇਹਦੇ ਬਾਰੇ ਸੋਚ ਸਕਦਾ। ਸੈਂਟਰ ਨੇ ਅਪੀਲ ਕੀਤੀ ਸਰ ਉਹਨਾਂ ਨੂੰ? ਸੈਂਟਰ ਨੇ ਅਪੀਲ ਕੀਤੀ, ਅਸੀਂ ਵੀ ਕਿਹਾ, ਸਭ ਨੇ ਕਿਹਾ। ਠੀਕ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਜਾਂ ਤੁਸੀਂ ਆਪ ਦਾ ਕੀ ਪੱਖ ਰੱਖੋ ਖਰੀਦ ਜਮਲੇ? ਅੱਜ ਜਿਹੜੀ ਕਾਫੀ ਲੰਬਾ ਸਮਾਂ ਹੋ ਗਿਆ ਸੀ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਸਨ। ਪਿਛਲੇ ਦਿਨੀ ਜਿਹੜੀ ਇਹ ਮੀਟਿੰਗ ਮੁਕਰਰ ਹੋਈ ਸੀ ਅੱਜ ਉਹ ਹੋਈ ਹੈ, ਜਿਹਦੇ 'ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਜੀ ਨੇ ਆਉਣਾ ਸੀ, ਪਰ ਇਹ ਮੀਟਿੰਗ ਮੁਕਰਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਸ਼ਾਦੀ ਰੱਖੀ ਸੀ। ਅੱਜ ਸ਼ਾਦੀ ਸੀ, ਇਸ ਲਈ ਉਹ ਆ ਨਹੀਂ ਸਕੇ। ਸ਼੍ਰੀ ਪ੍ਰਹਲਾਦ ਜੋਸ਼ੀ ਜਿਹੜੇ ਫੂਡ ਮੰਤਰੀ ਨੇ ਉਹ ਆਏ ਹੈ ਔਰ ਬਹੁਤ ਵਧੀਆ ਮਾਹੌਲ 'ਚ ਗੱਲਬਾਤ ਹੋਈ ਹੈ। ਅਗਲੀ ਤਰੀਕ ਜਦੋਂ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਜੀ, ਸ਼੍ਰੀ ਪ੍ਰਹਲਾਦ ਜੋਸ਼ੀ ਜੀ ਤੇ ਔਰ ਉਹਨਾਂ ਦੇ ਨਾਲ ਵੀ ਹੋਰ ਜਿਹੜੇ ਸਾਥੀ ਆਉਣਗੇ, ਉਹ 22 ਤਰੀਕ ਨੂੰ ਹੋਣੀ ਹੈ। 22 ਤਰੀਕ ਨੂੰ ਚੰਡੀਗੜ੍ਹ ਵਿੱਚ ਹੀ ਉਮੀਦ ਕਰੀ ਜਾਂਦੀ ਹੈ। ਚਲੋ ਜਿੱਥੇ ਵੀ ਰੱਖਣੀ ਹੈ, ਪਰ 22 ਤਰੀਕ ਮੁਕਰਰ ਕੀਤੀ ਗਈ ਹੈ। ਜਿਹੜੀ ਕਿਸਾਨਾਂ ਦੀਆਂ ਮੰਗਾਂ ਮੰਤਰੀ ਜੀ ਨੇ ਧਿਆਨ ਨਾਲ ਸੁਣੀਆਂ ਔਰ ਆਪਣੇ ਵੱਲੋਂ ਵੀ ਉਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੋਜ਼ਿਟਿਵ ਹਾਂ ਤੇ ਜਿਹੜੀ ਸਾਰੀ ਬੈਠ ਕੇ ਜਿਹੜੀ ਫਾਈਨਲ ਉਸ ਤੋਂ ਬਾਅਦ ਇਹ ਗੱਲਬਾਤ ਚੱਲਦੀ ਰਹਿਣੀ ਹੋ ਜਾਏ। ਕਿਸਾਨ ਆਗੂ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਬਾਕੀ ਸਾਥੀ ਅੱਜ ਦੀ ਗੱਲਬਾਤ ਤੋਂ ਤੁਹਾਨੂੰ ਲੱਗਾ ਕਿ ਪੋਜ਼ਿਟਿਵ ਮਾਹੌਲ ਦੇ ਵਿੱਚ ਉਹ ਸਹਿਮਤ ਹੁੰਦੇ ਨਜ਼ਰ ਆਏ? ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿ ਸ਼੍ਰੀ ਡੱਲੇਵਾਲ ਜੀ, ਸਰਦਾਰ ਜਗਜੀਤ ਸਿੰਘ ਜੀ, ਜਿਨ੍ਹਾਂ ਦੇ ਭੈਣ ਦੀ ਪੋਤਰੀ ਦਾ ਦੇਹਾਂਤ ਹੋ ਗਿਆ ਤੇ ਉਸ ਸੰਸਕਾਰ ਵਿੱਚ ਵੀ ਨਹੀਂ ਗਏ। ਉਹਨਾਂ ਨੇ ਇਸ ਨੂੰ ਕਿਸਾਨੀ ਮਸਲੇ ਲਈ ਤਰਜੀਹ ਦਿੱਤਾ। ਬੜੇ ਅਫਸੋਸ ਦੀ ਗੱਲ ਹੈ ਜਿਹੜੇ ਐਡੀ ਵੱਡੀ ਗੱਲ ਛੱਡ ਕੇ ਆਉਣਾ। ਔਰ ਜੇ ਮੈਂ ਇਹ ਕਹਾਂ ਤਾਂ ਇਹ ਜਿਹੜੇ ਮਾਹੌਲ ਨੂੰ ਸਾਜ਼ਗਾਰ ਬਣਾਉਣ ਵਾਸਤੇ। ठीक है। साथियों, आज केंद्र सरकार के मंत्री, पंजाब सरकार के मंत्री और अन्य अधिकारियों के साथ दोनों मोर्चों के 28 सदस्यीय डेलीगेशन की बैठक हुई। आज हमारे दोनों मोर्चों के नेताओं ने तथ्यों सहित, डॉक्यूमेंट सहित एमएसपी गारंटी कानून के मुद्दे पे सारी बातें रखी। एक एक डॉक्यूमेंट हमने पूरे विस्तार से दोनों फोरमों के नेताओं ने रखा और केंद्र सरकार के जो प्रतिनिधि, जो उनके मंत्री, जो उनके अधिकारी आए हुए थे, उन्होंने कुछ डॉक्यूमेंट भी हमसे मांगे कि भाई जो रिसर्च पेपर आपके दोनों मोर्चों के नेताओं ने रखे हमारे सामने टेबल के ऊपर, कृपया आप उनको हमें भी मुहैया कराइए अध्ययन करने के लिए। मीटिंग के दौरान जो तथ्य दोनों मोर्चों के नेताओं ने रखे उस पे जवाब नहीं आया। साथियों, आज जो रात बीती है, सरदार जगजीत सिंह डल्लेवाल जी की पोती का देहांत हो गया। उसके बावजूद सरदार जगजीत सिंह डल्लेवाल जी दोनों फोरमों के डेलीगेशन के तहत यहां पे मीटिंग में किसानों का पक्ष मजबूती से रखने के लिए अन्य हमारे सारे वरिष्ठ साथियों के साथ, पंदेर साहब के साथ, अन्य सभी साथियों के साथ यहां पे आए। केंद्र सरकार के मंत्रियों ने दोनों फोरमों के नेताओं से यह आग्रह किया कि जगजीत सिंह डल्लेवाल जी अपना अनशन समाप्त कर दें, लेकिन दोनों फोरमों ने, सरदार जगजीत सिंह डल्लेवाल जी ने स्पष्ट कर दिया कि भाई आप इतनी चिंता जता रहे हो हमारे स्वास्थ्य को लेके, हम आपका धन्यवाद करते हैं, लेकिन हमारा अनशन एमएसपी गारंटी कानून बनने तक जारी रहेगा। केंद्र सरकार के मंत्रियों ने कहा कि भारत सरकार बड़ी चिंतित है, एक एक किसान की जिंदगी बड़ी अमूल्य है, इसलिए आप अनशन समाप्त कर दीजिए। लेकिन दोनों फोरमों के नेताओं ने विनम्रतापूर्वक ये बात कही कि अनशन तब समाप्त होगा जब एमएसपी गारंटी कानून बनेगा। आंदोलन करने का, सड़कों पे बैठने का या अनशन करने का हमारा कोई शौक नहीं है, हमारी मजबूरी है। उसके बाद बैठक सौहार्दपूर्ण माहौल में चली। दोनों तरफ से तथ्यों सहित तर्क वितर्क रखे गए और आगे ये तय किया गया कि इसी बातचीत के सिलसिले को आगे बढ़ाते हुए 22 फरवरी को अगली बैठक होगी, जिसमें केंद्रीय कृषि मंत्री जी शिवराज सिंह चौहान जी और आज जो फूड मिनिस्ट्री के जो मंत्री आए थे प्रहलाद जोशी जी भी स्वयं मौजूद रहेंगे। मैं निवेदन करता हूं
आदरणीय श्रवण सिंह पंदेर जी से, वो भी अपनी विस्तार से पूरी बात रखें। श्रवण सिंह पंदेर जी। ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ, ਇਹਨਾਂ ਸਮਾਂ ਇੱਥੇ ਕੱਢਿਆ ਹੈਗਾ ਵਾ। ਜਿਹੜੀ ਗੱਲ ਭਾਰਤ ਸਰਕਾਰ ਨਾਲ ਉਹਨਾਂ ਦੇ ਕੇਂਦਰੀ ਮੰਤਰੀ ਤੁਸੀਂ ਜਾਣਦੇ ਹੋ ਪ੍ਰਹਲਾਦ ਜੋਸ਼ੀ ਜੀ, ਪੰਜਾਬ ਦੇ 2 ਮੰਤਰੀ ਤੇ ਹੋਰ ਵੱਡੇ ਅਧਿਕਾਰੀ ਆਏ ਸੀਗੇ, ਜਿਹੜਾ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਲਈ ਲਿਆਏ ਹੈਗੇ ਆ ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਸੀਂ ਜਿਹੜਾ ਵਾ ਦਾਲਾਂ ਤੇ ਤੇਲਾਂ ਤੇ ਭਾਰਤ ਨੂੰ ਆਤਮ ਨਿਰਭਰ ਕਰਨਾ ਚਾਹੁੰਦੇ ਆ ਔਰ ਅਸੀਂ ਕਿਸਾਨਾਂ ਦੀ ਫਸਲ ਜਿਹੜੀ MSP ਤੋਂ ਹੇਠਾਂ ਨਹੀਂ ਵਿਕਣ ਦੇਣ ਦੀ ਉਹਨਾਂ ਨੇ ਗੱਲ ਕਹੀ ਆ ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ ਕਿੰਨੀ ਖਰੀਦ ਹੋਈ ਆ, ਕਿੰਨਾ ਪੈਸਾ ਦਿੱਤਾ ਹੈ, ਤੱਥ ਰੱਖੇ ਸਾਡੇ ਸਾਹਮਣੇ ਵਿਸਤਾਰ ਨਾਲ। ਜਦੋਂ ਕਿਸਾਨ ਆਗੂਆਂ ਦੀ ਵਾਰੀ ਆਈ ਆ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਵੀ 2004 ਤੋਂ ਲੈ ਕੇ 2014 ਤੱਕ ਜਿਹੜੇ ਫਸਲਾਂ ਦੇ ਰੇਟ ਵਧੇ ਆ ਉਹਨਾਂ ਦੀ ਪਰਸੈਂਟੇਜ 100% ਬਣਦੀ ਹੈਗੀ ਆ ਔਰ ਜਿਹੜੇ ਮੋਦੀ ਸਰਕਾਰ ਦੇ ਆਇਆ ਫਸਲਾਂ ਦੇ ਰੇਟ ਵਧੇ ਆ ਉਹ 56-57% ਬਣਦੇ ਹੈਗੇ ਆ। ਦੂਜੇ ਬੰਨੇ ਅਸੀਂ ਕਿਹਾ ਤੁਸੀਂ ਇਹਦਾ ਦਾਅਵਾ ਤੇ ਕਰਦੇ ਹੋ ਪਰ ਇਹਨਾਂ 10-11 ਸਾਲਾਂ ਵਿੱਚ 59% ਮਹਿੰਗਾਈ ਵੀ ਵਧੀ ਹੈਗੀ ਆ ਤੋ ਕਿਸਾਨਾਂ ਨੂੰ ਕੋਈ ਇਹਦਾ ਕੋਈ ਬਹੁਤਾ ਲਾਭ ਨਹੀਂ ਹੋਇਆ ਹੈਗਾ। ਇਹ ਤੋਂ ਗਾ ਅਸੀਂ ਇੱਕ ਤੱਥ ਰੱਖਿਆ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ, ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ 20 ਸੀ, ਕਹਿੰਦੇ ਅਸੀਂ 25% ਖਰੀਦੀ ਆ। ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜਾਂ ਅਸੀਂ ਕਿਹਾ ਤੁਹਾਡੇ ਦਾਅਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਆ ਜੇ ਫਸਲ MSP ਤੇ ਵਿਕਦੀ ਰਹੇ ਤਾਂ। ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ MSP ਤੋਂ ਉੱਤੇ ਵਿਕ ਰਹੀਆਂ ਵਾ। ਅਸੀਂ ਕਿਹਾ ਫਿਰ ਸਾਡੀ ਗੱਲ ਤਾਂ ਠੀਕ ਹੋ ਰਹੀ ਆ, ਜੇ ਤੁਸੀਂ MSP ਲੀਗਲ ਗਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜ਼ਿਆਦਾ ਫਸਲਾਂ ਤਾਂ MSP ਤੋਂ ਉੱਪਰ ਵਿਕ ਰਹੀਆਂ ਨੇ, ਫਿਰ ਰੌਲਾ ਕੋਈ ਨਹੀਂ ਹੈਗਾ। ਇਹ ਤੁਹਾਡੀ ਵਿਲ ਪਾਵਰ ਦਾ ਸਵਾਲ, ਇੱਛਾ ਸ਼ਕਤੀ ਦਾ ਸਵਾਲ ਆ। ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲਓ, ਤੱਥ ਰੱਖ ਲਓ, ਠੀਕ ਹੈ ਜੀ। ਅਸੀਂ ਕਿਹਾ ਕੋਈ ਕਮੇਟੀ ਬਾਈ ਦੋਵੇਂ ਫੋਰਮ ਨਹੀਂ ਵਿਸ਼ਵਾਸ ਰੱਖਦੇ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨਗੀਆਂ। ਅਸੀਂ ਸਾਹਮਣੇ ਭਾਰਤ ਸਰਕਾਰ ਇੱਛਾ ਸ਼ਕਤੀ ਦਿਖਾਵੇ ਤੇ ਮਸਲਿਆਂ ਦਾ ਹੱਲ ਹੋਵੇ। ਤੋ ਜਿਹੜੇ ਅਸੀਂ ਆਰਗੂ ਕੀਤੇ ਉਹਨਾਂ ਨਾਲ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋਲ ਨਹੀਂ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਤੱਥ ਤੁਸੀਂ ਰੱਖੇ ਜਿਵੇਂ ਬੰਨੂ ਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ, ਸਾਨੂੰ ਥੋੜੇ ਡਿਟੇਲ 'ਚ ਲਿਖ ਕੇ ਦੇ ਦਿਓ, ਇਹ ਅਸੀਂ ਵੇਖ ਲੈਂਦੇ ਹਾਂ। ਔਰ ਇਹ ਤੋਂ ਗਾਹਾਂ ਅਸੀਂ ਦੋਵਾਂ ਫੋਰਮਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਈ ਦਿੱਲੀ ਹੋਣਾ ਚਾਹੀਦਾ ਵਾ, ਠੀਕ ਹੈ, ਉੱਤੇ ਕਲੀਅਰ ਕਰਨਗੇ। 22 ਤਰੀਕ ਦੀ ਮੀਟਿੰਗ ਆ, ਜੇ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ 2 ਫੋਰਮ ਜਾਂ ਕਿਸਾਨਾਂ ਦੇ ਲੀਡਰ ਇਹ ਨਹੀਂ ਚਾਹੁੰਗੇ ਵੀ ਅਸੀਂ ਆਪਣੇ ਵੱਲੋਂ ਗੱਲਬਾਤ ਤੋਂ ਭੱਜਦੇ ਹੈਗੇ ਆ। ਅਸੀਂ ਗੱਲਬਾਤ ਲਈ ਤਿਆਰ ਆ, ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਂ ਇਹ ਚੰਗੀ ਗੱਲ ਆ। ਔਰ ਇਸ ਆਸ ਨਾਲ 22 ਦੀ ਮੀਟਿੰਗ 'ਚ ਜਾਵਾਂਗੇ ਵੀ ਕੇਂਦਰ ਅਸੀਂ ਤੁਹਾਡੇ ਮਾਧਿਅਮ ਨਾਲ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜ਼ਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਸ ਆਸ ਨਾਲ ਅਸੀਂ ਜਾਈਏ ਵੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੋਵੇ। ਅਸੀਂ ਅੱਜ ਜੋ ਜਿਵੇਂ ਕਿਸਾਨ ਸਾਡੇ ਅੰਦੋਲਨਾਂ 'ਚ ਸ਼ਹੀਦ ਹੋਏ ਆ, ਜਿਵੇਂ ਜਥਿਆਂ ਦੇ ਰੂਪ ਵਿੱਚ ਕਿਸਾਨ ਅੱਗੇ 45 ਜ਼ਖਮੀ, ਪਹਿਲੇ ਮਾਹੌਲ ਦੇ ਵਿੱਚ 433 ਕਿਸਾਨ ਜ਼ਖਮੀ, ਅੱਖਾਂ ਗਈਆਂ ਵਾ, ਸਾਡਾ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਹੋਇਆ ਵਾ। ਇਹ ਸਾਰੀਆਂ ਗੱਲਾਂ ਔਰ ਜੋ ਸਾਨੂੰ ਸੰਤਾਪ ਭੋਗਣਾ ਪਿਆ ਉਹਦੇ ਕਰਕੇ ਅਸੀਂ ਫੈਸਲਾ ਕਰਕੇ ਗਏ ਸੀ ਵੀ ਤੁਹਾਡਾ ਚਾਹ ਪਾਣੀ ਤੇ ਪ੍ਰਸ਼ਾਦਾ ਨਹੀਂ ਛਕਾਂਗੇ, ਇਸ ਕਰਕੇ ਅਸੀਂ ਆਪਣਾ ਪ੍ਰਸ਼ਾਦਾ ਮੰਗਾਇਆ ਸੀਗਾ ਔਰ ਉਹ ਛਕਿਆ ਹੈਗਾ ਵਾ।
ਅਸੀਂ ਰੋਸ ਜ਼ਾਹਰ ਕੀਤਾ ਉਹਨਾਂ ਸਾਹਮਣੇ। ਔਰ ਇਹ ਤੋਂ ਗਾਹਾਂ ਆਉਣ ਵਾਲੇ ਸਮੇਂ ਵਿੱਚ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਬਰਸੀ ਜਿੱਥੇ ਬੱਲੋ ਪਿੰਡ ਵਿੱਚ ਮਨਾਈ ਜਾਊਗੀ, ਉੱਥੇ ਬਾਰਡਰਾਂ ਤੇ ਮਨਾਈ ਜਾਊਗੀ ਔਰ ਸ਼ੰਭੂ ਤੇ ਵੀ ਵੱਧ ਚੜ੍ਹ ਕੇ ਮਨਾਵਾਂਗੇ। ਔਰ ਤੁਹਾਡੇ ਮਾਧਿਅਮ ਨਾਲ ਅਪੀਲ ਕਰਦੇ ਹਾਂ ਜਨਤਾ ਨੂੰ ਵੱਧ ਤੋਂ ਵੱਧ ਜਿਹੜੀ ਆ ਸ਼ਹੀਦਾਂ ਦੀ ਬਰਸੀ ਮਨਾਉਣ ਦੇ ਵਿੱਚ ਪਹੁੰਚਿਆ ਜਾਵੇ। ਔਰ ਜਿਹਨੂੰ ਕਹੋਗੇ ਮੀਟਿੰਗ ਕਿਹੋ ਜੀ ਰਹੀ ਤਾਂ ਅਸੀਂ ਕਹਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਠੋਕ ਵਜਾ ਕੇ ਸਰਕਾਰ ਦੇ ਪਾਲੇ 'ਚ ਰੱਖਦੀ ਆ। ਹੁਣ ਸਰਕਾਰ ਇਹਦਾ ਅਗਲੀ ਮੀਟਿੰਗ 'ਚ ਕੀ ਜਵਾਬ ਦਿੰਦੀ ਆ, ਕੀ ਗੱਲ ਕਰਦੀ ਹੈ, ਉਹ ਦੱਸਣਗੇ ਜੋ ਗੱਲਬਾਤ ਹੋਈ ਸੀ। देखिए, हमारा ये मानना है, दोनों मोर्चों के नेताओं का, किसानों का मानना है कि मुद्दों का समाधान बातचीत से ही होना है। ना तो हम पहले कभी बातचीत से भागे, 4 दौर की मीटिंगें हुई, एक एक तथ्य दोनों मोर्चों के नेताओं ने बड़ी मजबूती से रखा और आज भी जो मीटिंग हुई उसमें भी बड़ी मजबूती से रखा। सौहार्दपूर्ण माहौल में बातचीत हुई है और हम उम्मीद करते हैं कि 22 तारीख को हमारे देश की केंद्र सरकार पार्लियामेंट की परमानेंट कमेटी ऑन एग्रीकल्चर की रिपोर्ट का सम्मान करते हुए, किसानों की भावनाओं का सम्मान करते हुए एमएसपी गारंटी कानून बनाने का ऐलान करे। हमने आज मंत्रियों के सामने ये भी तथ्य रखे कि पूरे देश को कुछ लोग भ्रमित करते हैं ये कह के कि एमएसपी गारंटी कानून पे 17 लाख करोड़ का खर्चा आ जाएगा, 18 लाख करोड़ का खर्चा आ जाएगा। तथ्यों सहित हमने बताया कि किस तरीके से ये आंकड़े गलत हैं और बहुत सारी रिपोर्ट, बहुत सारे एग्रीकल्चर साइंटिस्ट की रिसर्च ये कहती है, दोनों मोर्चों की रिसर्च की टीम ये कहती है कि 25 से 30 हजार करोड़ रुपया सालाना के खर्चे पे देश के किसानों के लिए एमएसपी गारंटी कानून बनाया जा सकता है। और उस समय हमें यह भी ध्यान रखना चाहिए कि पिछले 4 सालों में जितना बजट फाइनेंस मिनिस्ट्री ने एग्रीकल्चर मिनिस्ट्री को दिया, 4 सालों का अगर टोटल जोड़े तो फाइनेंशियल ईयर हर साल पूरा होने पे टोटल मिला के 1 लाख करोड़ रुपया एग्रीकल्चर मिनिस्ट्री ने वापस फाइनेंस मिनिस्ट्री को भेज दिया, वो खर्च नहीं किया। तो वो 1 लाख करोड़ रुपया मोर देन सफिशिएंट था एमएसपी गारंटी कानून बनाने के लिए। केंद्र सरकार के मंत्रियों ने और भी तर्क दिए कैसे ऑयल सीड्स पे वो काम कर रहे हैं, पल्सिस पे काम कर रहे हैं, लेकिन दोनों मोर्चों के नेताओं ने सवाल उठाया कि अगर पल्सिस के मामले में हम सही में आत्मनिर्भर हो गए तो अभी कुछ दिन पहले 20,000 टन दाल अर्जेंटीना ब्राजील से क्यों मंगवानी पड़ी, 31,172.9 करोड़ की दाल बाहर से क्यों मंगवानी पड़ रही है, 1,41,000 करोड़ का एडिबल ऑयल क्यों मंगवाना पड़ रहा है। तो सारे तथ्यों पे सकारात्मक तौर पे सौहार्दपूर्ण माहौल में चर्चा हुई है और हम उम्मीद करते हैं हमारी मांगे जल्द से जल्द पूरी होंगी। एक पॉइंट ਜਿਹੜਾ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਤੱਥ ਆ ਜਾਣ, ਅਸੀਂ ਕਿਹਾ ਸੀ ਵੀ ਜਲਦੀ ਤੋਂ ਜਲਦੀ ਜੇ ਸਰਕਾਰ ਉਹਨਾਂ ਦਾ ਪ੍ਰਸਤਾਵ ਸੀ ਅਸੀਂ ਗੱਲਬਾਤ ਕੰਟੀਨਿਊਟੀ ਰੱਖਣਾ ਚਾਹੁੰਦੇ ਆ ਵੀ ਜਲਦੀ ਮੀਟਿੰਗ ਕਰਾਓ। ਅਸੀਂ ਕਿਹਾ ਸੀ 1 ਸਾਲ ਨਾਲ ਜਿਹੜੇ ਤੁਸੀਂ ਸਾਨੂੰ ਰਸਤੇ ਬੰਦ ਕੀਤੇ ਹੈਗੇ ਆ ਉਹਦੇ ਨਾਲ ਪੰਜਾਬ ਦੇ ਵਪਾਰੀਆਂ ਦਾ, ਹਰਿਆਣੇ ਦੇ ਵਪਾਰੀਆਂ ਦਾ, ਆਮ ਲੋਕਾਂ ਦਾ, ਟਰਾਂਸਪੋਰਟਰ ਦਾ ਬਹੁਤ ਨੁਕਸਾਨ ਹੋ ਗਿਆ ਵਾ। ਸਾਡਾ ਸੜਕਾਂ ਤੇ ਬਹਿਣਾ ਕੋਈ ਸ਼ੌਂਕ ਨਹੀਂ ਹੈ, ਮਜਬੂਰੀ ਤਾਂ ਹੋ ਸਕਦੀ ਆ, ਅਸੀਂ ਆਪਣੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਹਾਂ, ਪਰ ਸਾਡਾ ਸ਼ੌਂਕ ਨਹੀਂ। ਜਿੰਨੀ ਜਲਦੀ ਕੇਂਦਰ ਸਰਕਾਰ ਨਿਬੇੜਾ ਕਰੇ ਉਨਾ ਵਧੀਆ ਹੋਊਗਾ, ਜਿਹੜਾ ਉਹਨਾਂ ਗਾੜੀ ਅਸੀਂ ਰੱਖਿਆ ਹੈਗਾ। ਔਰ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਹੁਣ ਕੀ ਕਹਿੰਦੇ। 22 तारीख को जो मीटिंग होगी वो दिल्ली में अगर होती है तो क्या उसमें जगजीत सिंह डल्लेवाल मौजूद होंगे, जाएंगे उसमें? देखिए, हमारे दो, जैसा पंदेर साहब ने बताया कि हमारे दोनों मोर्चों के नेताओं ने अपनी तरफ से कहा है कि अगली बैठक नई दिल्ली में हो, क्योंकि हमारे जो दक्षिण भारत से भी किसान नेता आते हैं उनके लिए भी थोड़ा लॉजिस्टिक ठीक रहता है और पूरे देश के किसानों का ये मसला है, मात्र पंजाब हरियाणा का मसला नहीं है। अंदर मीटिंग के दौरान सरदार जगजीत सिंह डल्लेवाल जी से बात हुई, उन्होंने ये कहा कि भाई आज भी मुझे बड़ी परेशानी हुई है, 4 घंटे के सफ़र में मुझे बड़ी तकलीफ़ हुई है, लेकिन जिस तरीके से दोनों मोर्चों का फैसला है उस पर फूल चढ़ाते हुए वो कह रहे हैं मुझे और भी तकलीफ उठानी पड़ेगी, जब चंडीगढ़ आने में जो तकलीफ होगी कोई दिक्कत नहीं, नई दिल्ली जाने के लिए भी हम तैयार हैं और किसानों का पक्ष पूरी मजबूती से पूरा ठोक बजा के रखेंगे, उसमें कोई कमी दोनों मोर्चों की तरफ से नहीं आने देंगे। ਹਾਂ ਦੇਖੋ, ਜਿਹੜੀ ਇੱਕ ਵਿਸ਼ੇ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਹੀ ਚਰਚਾ ਫੋਕਸ ਰਹੀ ਆ। ਔਰ ਜਦੋਂ ਉਹਨਾਂ ਨੇ ਕਿਹਾ ਵੀ ਮੇਰੇ ਜਿਹੜੇ ਕਲੀਕ ਨੇ ਖੇਤੀਬਾੜੀ ਮੰਤਰੀ ਨਹੀਂ ਹੈਗੇ, ਸਾਡੀ 3 ਮੈਂਬਰੀ ਕਮੇਟੀ ਆਈ ਹੋਈ, ਇੱਕ ਤਾਂ ਐਗਰੀਕਲਚਰ ਦੇ ਪ੍ਰਮੁੱਖ ਜਿਹੜੇ ਸੈਕਟਰੀ ਸੀਗੇ ਔਰ ਇੱਕ ਫੂਡ ਐਂਡ ਪ੍ਰੋਸੈਸਿੰਗ ਮਿਨਿਸਟਰੀ ਦੀ ਕੋਈ ਸੀਗੀ ਆਫੀਸਰ ਸੈਕਟਰੀ ਸੀਗੀ, ਉਹ ਆਏ ਆ।
ਤਾਂ ਇਸ ਕਰਕੇ ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਅਗਲੀ ਮੀਟਿੰਗ ਤੁਹਾਡੇ ਨਾਲ ਕਰਨਾ ਚਾਹਾਂਗੇ, ਜਦੋਂ ਅਸੀਂ ਐਮਐਸਪੀ ਤੇ ਆਰਗੂ ਕਰ ਲਏ, ਫਿਰ ਦੂਜੀਆਂ ਗੱਲਾਂ ਉਹਨਾਂ ਮੰਗਾਂ ਤੇ ਚਰਚਾ ਨਹੀਂ ਹੋ ਸਕੀ, ਫਿਰ ਆਹ ਗੱਲ ਵੀ ਰਹਿ गई है। अच्छा, ये कोई फ्रेश प्रपोजल, आपने पिछला प्रपोजल है वो रिजेक्ट कर दिया था, पिछला प्रपोजल रिजेक्ट हो गया था, तो क्या फ्रेश प्रपोजल की बात की है केंद्र ने? देखिए, मैंने आपको जैसे बोला कि अभी एमएसपी लीगल गारंटी कानून के ऊपर ही पूरी चर्चा हुई डिटेल से, 2.5 घंटे उसी पर हमने अपने आर्गू किए, उन्होंने अपनी बात की, हमने अपनी बात की। जब केंद्र के मंत्री ने कहा कि मेरे जो कृषि मंत्री हैं वो नहीं हैं, तो मैं चर्चा आपकी ठीक हो गई है, जो कुछ आपने कहा उसको भी मंथन करेंगे, हम आगे वार्ता करना चाहते हैं। तो 22 की मीटिंग निकल आई, तो अभी उस पे जो पीछे क्या बोला या क्या आगे क्या होगा इसके ऊपर चर्चा नहीं हुई। हमने एमएसपी के ऊपर जो बड़ी मांग है किसान मजदूर की, उसके ऊपर अपना पूरा आर्गू ठोक के कर लिया। देखिए, कोई भी अगर केंद्र सरकार वार्ता जारी रखती है, वार्ता में उचित फैसला होता है। हमारा सरकार से टकराने का कोई निर्णय नहीं है ना हमारा, लेकिन ये 22 के बाद ही निर्णय कर लेंगे। ਇਹ ਸਾਫ਼ ਹੀ ਕਰ ਦਿੰਦੇ ਆ ਦੋ ਗੱਲਾਂ। ਮੀਟਿੰਗ 22 ਦੀ ਹੈ, ਪ੍ਰੋਗਰਾਮ 25 ਦਾ ਹੈ, ਉਹ ਸਟੈਂਡ ਕਰਦਾ ਹੈ। ਡੱਲੇਵਾਲ ਸਾਹਿਬ ਦਾ ਮਰਮਤ ਜਾਰੀ ਹੈ ਜਿੰਨਾ ਚਿਰ ਐਮਐਸਪੀ ਕਾਨੂੰਨ ठीक है, धन्यवाद जी। चल बात।